ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖਿਆ ਗਿਆ ਭਾਰਤੀ ਸੰਵਿਧਾਨ ਲੈ ਕੇ ਹਾਜ਼ਰ ਹੋਇਆ ਹਾਂ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਭਾਰਤੀ ਸੰਵਿਧਾਨ ਨੂੰ ਪੜ੍ਹਨ ਦਾ, ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਸੋ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਮੌਲਿਕ ਅਧਿਕਾਰਾਂ ਤੋਂ ਕੀ ਭਾਵ ਹੈ। ਮੌਲਿਕ ਅਧਿਕਾਰ ਕਿਸ ਨੂੰ ਕਹਿੰਦੇ ਨੇ? ਅਧਿਕਾਰ ਤਾਂ ਸਾਨੂੰ ਸਮਝ ਲੱਗ ਜਾਂਦੀ ਹੈ, ਪਰ ਜਿਹੜਾ ਮੌਲਿਕ ਹੈ ਉਸ ਤੋਂ ਕੀ ਭਾਵ ਹੈ, ਇਸ ਵਿਸ਼ੇ 'ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗਾ। ਸੋ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਮਹਾਂਪੁਰਖਾਂ, ਆਪਣੇ ਰਹਿਬਰਾਂ ਨੂੰ ਹੋਈਏ ਨਤਮਸਤਕ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਜਦੋਂ ਅਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖੇ ਗਏ ਭਾਰਤੀ ਸੰਵਿਧਾਨ ਨੂੰ ਪੜ੍ਹਦੇ ਹਾਂ, ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 3 ਆਰਟੀਕਲ 14 ਤੋਂ ਲੈ ਕੇ 35 ਤੱਕ ਮੂਲ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ, ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਸੋ ਇੱਕ ਜ਼ਰੂਰੀ ਬੇਨਤੀ ਮੈਂ ਇਹ ਵੀ ਕਰਦੇ ਹਾਂ, ਜੇਕਰ ਤੁਸੀਂ 14 ਤੋਂ ਲੈ ਕੇ 35 ਤੱਕ ਜਦੋਂ ਅਧਿਕਾਰ ਪੜ੍ਹੋਗੇ ਤਾਂ ਉਹ ਤੋਂ ਪਹਿਲਾਂ 12 ਅਤੇ 13 ਨੂੰ ਵੀ ਤੁਸੀਂ ਇਹਨਾਂ ਮੌਲਿਕ ਅਧਿਕਾਰਾਂ ਨੂੰ ਨਾਲ ਜੋੜ ਕੇ ਪੜ੍ਹੋਗੇ ਤਾਂ ਬਹੁਤ ਕੁਝ ਤੁਹਾਨੂੰ ਕਲੀਅਰ ਹੋ ਜਾਏਗਾ, ਸਪਸ਼ਟ ਹੋ ਜਾਏਗਾ। ਸੋ ਅੱਜ ਆਪ ਜੀ ਦੇ ਨਾਲ ਮੌਲਿਕ ਅਧਿਕਾਰਾਂ ਤੋਂ ਕੀ ਭਾਵ ਹੈ ਬਾਰੇ ਗੱਲਬਾਤ ਕਰਾਂਗਾ। ਅਧਿਕਾਰਾਂ ਬਾਰੇ ਤਾਂ ਹੀ ਪਤਾ ਹੋਏਗਾ ਜੇ ਮੌਲਿਕ ਬਾਰੇ ਪਤਾ ਹੋਏਗਾ ਵੀ ਮੌਲਿਕ ਕਿਹਨੂੰ ਕਹਿੰਦੇ ਨੇ। ਮੌਲਿਕ ਦਾ ਅਰਥ ਹੈ ਮੂਲ। ਮੂਲ ਤੋਂ ਭਾਵ ਹੈ ਮੁੱਢ। ਮੁੱਢ ਤੋਂ ਭਾਵ ਹੈ ਸ਼ੁਰੂਆਤ। ਭਾਵ ਮੌਲਿਕ ਅਧਿਕਾਰ ਸ਼ੁਰੂਆਤੀ ਅਧਿਕਾਰ। ਇਹ ਸ਼ੁਰੂਆਤੀ ਅਧਿਕਾਰ ਕਿਹੜੇ ਨੇ? ਜਦੋਂ ਮਨੁੱਖ ਨੇ ਇਸ ਧਰਤੀ ਉੱਤੇ ਜਨਮ ਲਿਆ, ਕੋਈ ਵੀ ਨਾਗਰਿਕ ਦੁਨੀਆ 'ਤੇ, ਭਾਰਤ ਦਾ ਨਾਗਰਿਕਾਂ ਦੀ ਗੱਲ ਕਰਦੇ ਹਾਂ, ਦੁਨੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਮਨੁੱਖ ਜਦੋਂ ਇਸ ਧਰਤੀ ਦੇ ਉੱਤੇ ਆਇਆ ਤਾਂ ਉਹ ਸ਼ੁਰੂਆਤੀ ਅਧਿਕਾਰਾਂ ਦਾ ਹੱਕਦਾਰ ਹੁੰਦਾ ਹੈ। ਅਸੀਂ ਵੀ ਸੀ। ਸ਼ੁਰੂਆਤੀ ਅਧਿਕਾਰ ਕੀ ਨੇ ਜਿਹੜੇ ਸਾਨੂੰ ਕੁਦਰਤ ਨੇ ਦਿੱਤੇ ਨੇ? ਹੁਣ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਜਿਹੜੇ ਅਧਿਕਾਰਾਂ ਦੀ ਭਾਰਤੀ ਸੰਵਿਧਾਨ ਦੇ ਵਿੱਚ ਗੱਲਬਾਤ ਕਰਦੇ ਨੇ ਉਹ ਆਪਾਂ ਕਿਸੇ ਦਿਨ ਫੇਰ ਗੱਲਬਾਤ ਕਰਾਂਗੇ। ਅੱਜ ਆਪਾਂ ਜਿਹੜਾ ਮੂਲ ਅਧਿਕਾਰ, ਸ਼ੁਰੂਆਤੀ ਅਧਿਕਾਰ ਕੀ ਹੁੰਦੇ ਨੇ, ਜਿਹਦੇ 'ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਮੋਹਰ ਲਾ ਦਿੱਤੀ, ਸਟੈਂਪ ਲਾ ਦਿੱਤੀ ਅਤੇ ਉਹ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਕਰਕੇ ਇਹ ਵੀ ਲਿਖ ਦਿੱਤਾ ਕਿ ਇਹਨਾਂ ਅਧਿਕਾਰਾਂ ਨੂੰ ਕੋਈ ਵੀ ਤੁਹਾਡਿਆਂ ਨੂੰ ਖਤਮ ਨਹੀਂ ਕਰ ਸਕਦਾ। ਪਰ ਸਾਨੂੰ ਪਤਾ ਹੋਣੇ ਚਾਹੀਦੇ ਨੇ। ਸ਼ੁਰੂਆਤੀ, ਜਦੋਂ ਅਸੀਂ ਜਨਮ ਲੈਂਦੇ ਹਾਂ ਤਾਂ ਜਨਮ ਤੋਂ ਬਾਅਦ ਸਾਡੇ ਜਿਹੜੇ ਅਧਿਕਾਰ ਨੇ, ਜਿਨ੍ਹਾਂ ਨੂੰ ਕੁਦਰਤੀ ਅਧਿਕਾਰ ਕਹਿ ਦਿੰਦੇ ਹਾਂ, ਹਵਾ, ਜਦੋਂ ਮਾਤਾ ਦੇ ਪੇਟ ਦੇ ਵਿੱਚੋਂ, ਮਾਤਾ ਦੇ ਗਰਭ ਦੇ ਵਿੱਚੋਂ ਅਸੀਂ ਦੁਨੀਆ 'ਤੇ ਆਏ ਤਾਂ ਜਿਹੜੀ ਬਾਹਰਲੀ ਆਕਸੀਜਨ ਆ ਉਹਦੇ ਅਸੀਂ ਹੱਕਦਾਰ ਹਾਂ। ਇਹ ਅਧਿਕਾਰ ਹੈ ਸਾਨੂੰ। ਪਾਣੀ, ਪਾਣੀ ਕੁਦਰਤੀ ਹੈ। ਸਾਡੇ ਜੀਵਨ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ। ਪਾਣੀ ਤੋਂ ਬਿਨਾਂ ਸਾਡਾ ਜੀਵਨ ਕਿਸੇ ਕੰਮ ਦਾ ਨਹੀਂ। ਪਾਣੀ ਦਾ ਅਧਿਕਾਰ ਸਾਨੂੰ, ਜ਼ਮੀਨ ਦਾ ਅਧਿਕਾਰ, ਰਹਿਣ ਦਾ ਅਧਿਕਾਰ, ਕਿਉਂਕਿ ਜਿਹੜਾ ਮਨੁੱਖ ਧਰਤੀ 'ਤੇ ਆ ਗਿਆ ਉਹਨੇ ਕਿਤੇ ਨਾ ਕਿਤੇ ਤਾਂ ਰਹਿਣਾ ਹੀ ਆ ਨਾ, ਉਹ ਅਧਿਕਾਰ। ਇਹ ਜਿਹੜੇ ਮਨੁੱਖੀ ਅਧਿਕਾਰ ਨੇ, ਅਜੇ ਇਹਨਾਂ ਦੀ ਗੱਲ ਚੱਲ ਰਹੀ ਹੈ। ਉਸ ਤੋਂ ਬਾਅਦ ਜਿਹੜੇ ਸ਼ੁਰੂਆਤੀ ਅਧਿਕਾਰ ਨੇ, ਦੇਖਣ ਦਾ ਅਧਿਕਾਰ, ਇਹ ਸਾਡਾ ਕੁਦਰਤੀ ਤੌਰ 'ਤੇ ਮੂਲ ਅਧਿਕਾਰ ਆ, ਮੌਲਿਕ ਅਧਿਕਾਰ ਆ। ਇਹ ਸਾਡਾ, ਅਸੀਂ ਦੇਖ ਸਕਦੇ ਹਾਂ। ਇਹ ਸਾਡਾ ਅਧਿਕਾਰ ਹੈ, ਅਸੀਂ ਬੋਲ ਸਕਦੇ ਹਾਂ। ਇਹ ਸਾਡਾ ਅਧਿਕਾਰ ਹੈ, ਅਸੀਂ ਪੜ੍ਹ ਸਕਦੇ ਹਾਂ। ਇਹ ਕੁਦਰਤ ਨੇ ਸਾਨੂੰ ਅਧਿਕਾਰ ਦਿੱਤੇ ਨੇ। ਖਾਣ ਪੀਣ ਦਾ ਅਧਿਕਾਰ, ਚੱਲਣ ਦਾ ਅਧਿਕਾਰ, ਤੁਰਨ ਫਿਰਨ ਦਾ ਅਧਿਕਾਰ,
ਧਰਤੀ ਦੇ ਉੱਤੇ ਅਸੀਂ ਕੋਈ ਵੀ ਕਿਰਿਆ ਕਰਨੀ ਹੈ, ਥੁੱਕਣ ਦਾ ਅਧਿਕਾਰ, ਲੈਟਰਿਨ ਬਾਥਰੂਮ ਜਾਣ ਦਾ ਅਧਿਕਾਰ, ਇਹ ਸਾਡੇ ਕੁਦਰਤੀ ਅਧਿਕਾਰ ਨੇ ਔਰ ਸ਼ੁਰੂਆਤੀ ਅਧਿਕਾਰ ਨੇ ਜਿਹਦੇ ਅਸੀਂ ਹੱਕਦਾਰ ਹਾਂ। ਮੈਂ ਫਿਰ ਬੇਨਤੀ ਕਰਦੇ ਹਾਂ, ਅਜੇ ਮੈਂ ਇਹ ਆਰਟੀਕਲ 14 ਤੋਂ ਲੈ ਕੇ 35 ਦੀ ਨਹੀਂ ਗੱਲ ਕਰਦਾ, ਇਹ ਮੂਲ ਦੀ ਗੱਲ ਕਰ ਰਿਹਾ ਵੀ ਮੂਲ ਦਾ ਪਤਾ ਹੋਵੇ ਕੀ ਹੈ। ਮੂਲ ਤੋਂ ਭਾਵ ਮੁੱਢ, ਮੁੱਢ ਤੋਂ ਭਾਵ ਸ਼ੁਰੂਆਤੀ, ਜਿਹੜੇ ਸ਼ੁਰੂਆਤੀ ਅਧਿਕਾਰ ਨੇ। ਜਦੋਂ ਅਸੀਂ ਜਨਮ ਲਿਆ ਅਸੀਂ ਇਹਨਾਂ ਅਧਿਕਾਰਾਂ ਦੇ ਹੱਕਦਾਰ ਸੀ। ਅਤੇ ਹਾਂ, ਜ਼ਮੀਨ ਦਾ ਅਧਿਕਾਰ ਸਾਡੇ ਕੋਲ, ਮਕਾਨ ਕੋਠੀ ਬਣਾਉਣ ਦਾ ਅਧਿਕਾਰ, ਜੇ ਜ਼ਮੀਨ ਸਾਡੀ ਹੈ ਤਾਂ ਉੱਥੇ ਰਹਿਣ ਬਸੇਰਾ ਅਸੀਂ ਬਣਾ ਸਕਦੇ ਹਾਂ। ਪੜ੍ਹਨ ਪੜ੍ਹਾਉਣ ਦਾ ਅਧਿਕਾਰ, ਇਹ ਵੀ ਕੁਦਰਤੀ ਅਧਿਕਾਰ ਹੈ। ਪਰ ਡਾਕਟਰ ਅੰਬੇਦਕਰ ਸਾਹਿਬ ਜੀ ਨੂੰ ਇਹਨਾਂ ਅਧਿਕਾਰ ਨੇ, ਜੋ ਇਹਨਾਂ ਅਧਿਕਾਰਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਵਿੱਚ ਮੂਲ ਅਧਿਕਾਰਾਂ ਦਾ ਜਿਹੜਾ ਜ਼ਿਕਰ ਕੀਤਾ, ਉਹਦੇ ਵਿੱਚ ਇਹਨਾਂ ਅਧਿਕਾਰਾਂ ਦਾ ਵੀ ਜ਼ਿਕਰ ਕਰ ਦਿੱਤਾ ਵੀ ਇਹ ਅਧਿਕਾਰ ਤੁਹਾਡੇ ਤੋਂ ਕੋਈ ਖੋਹ ਨਹੀਂ ਸਕਦਾ। ਸਮਝਣ ਵਾਲੀ ਗੱਲ ਇਹ ਹੈ ਕਿ ਇਹਨਾਂ ਅਧਿਕਾਰਾਂ ਨੂੰ ਸਾਡੇ ਤੋਂ ਖੋਹਿਆ ਗਿਆ ਸੀ। ਇਹ ਮੂਲ ਅਧਿਕਾਰ ਜਿਹਦੇ ਅਸੀਂ ਕੁਦਰਤੀ ਤੌਰ 'ਤੇ ਹੱਕਦਾਰ ਸੀ, ਜਨਮ ਤੋਂ ਲੈ ਕੇ ਮਰਨ ਤੱਕ ਹੱਕਦਾਰ ਸੀ, ਇਹ ਅਧਿਕਾਰ ਸਾਡੇ ਤੋਂ ਖੋਹੇ ਗਏ। ਜ਼ਬਰ ਨਹੀਂ ਖੋਹੇ ਗਏ। ਸਾਨੂੰ ਤਾਂ ਤਾਜ਼ੀ ਹਵਾ ਲੈਣ ਦਾ ਅਧਿਕਾਰ ਨਹੀਂ ਸੀ। ਪਿੰਡਾਂ ਤੋਂ ਬਾਹਰ ਸ਼ਮਸ਼ਾਨ ਘਾਟਾਂ ਵੱਲ ਮਕਾਨ ਕੱਢ ਦਿੱਤੇ ਸਾਡੇ ਬਜ਼ੁਰਗਾਂ ਦੇ। ਪੜ੍ਹੋ ਇਤਿਹਾਸ। ਪਾਣੀ ਪੀਣ ਦਾ ਅਧਿਕਾਰ ਸਾਡੇ ਤੋਂ ਖੋਹਿਆ ਗਿਆ ਸੀ, ਸਾਫ ਸੁਥਰਾ, ਸਮੁੰਦਰਾਂ ਦਾ, ਦਰਿਆਵਾਂ ਦਾ, ਨਦੀਆਂ ਦਾ, ਨਹਿਰਾਂ ਦਾ ਪਾਣੀ ਨਹੀਂ ਪੀ ਸਕਦੇ ਸੀ। ਜਿਹੜਾ ਪਿੰਡਾਂ ਦੇ ਵਿੱਚੋਂ ਛੱਪੜਾਂ ਦਾ ਗੰਦਾ ਪਾਣੀ ਹੁੰਦਾ ਸੀ ਨਾ, ਉਹੀ ਪੀਣ ਦਾ ਅਧਿਕਾਰ ਸੀ। ਅਨਾਜ ਅਸੀਂ ਨਹੀਂ ਬੀਜ ਸਕਦੇ ਸੀ, ਫਸਲ ਅਸੀਂ ਨਹੀਂ ਬੀਜ ਸਕਦੇ ਸੀ, ਕਿਉਂਕਿ ਸਾਡੇ ਕੋਲ ਜ਼ਮੀਨ ਖੋਹੀ ਗਈ ਸੀ। ਜਦ ਕਿ ਅਸੀਂ ਰਹਿਣ ਲਈ, ਜੀਵਨ ਬਤੀਤ ਕਰਨ ਲਈ ਜ਼ਮੀਨ ਦੇ ਵੀ ਹੱਕਦਾਰ ਹਾਂ। ਇਹ ਬਾਬਾ ਸਾਹਿਬ ਨੇ ਤਾਂ ਲਿਖੇ ਕਿਉਂਕਿ ਇਹ ਮੂਲ ਅਧਿਕਾਰ ਜਿਨ੍ਹਾਂ ਦੇ ਅਸੀਂ ਕੁਦਰਤੀ ਤੌਰ 'ਤੇ ਹੱਕਦਾਰ ਸੀ, ਇਹ ਸਾਡੇ ਤੋਂ ਖੋਹੇ ਗਏ। ਅਸੀਂ ਦੇਖਣ ਦਾ ਅਧਿਕਾਰ, ਅਸੀਂ ਦੇਖ ਜਿਹਨੂੰ ਮਰਜ਼ੀ ਸਕਦੇ ਸੀ, ਅੱਖਾਂ ਦਿੱਤੀਆਂ ਨੇ। ਬੋਲਣ ਦਾ ਅਧਿਕਾਰ, ਅਸੀਂ ਬੋਲ ਸਕਦੇ ਹਾਂ। ਪੜ੍ਹਨ ਦਾ ਅਧਿਕਾਰ, ਅਸੀਂ ਪੜ੍ਹ ਸਕਦੇ ਹਾਂ, ਪਰ ਸਾਡੇ ਕੋਲੋਂ ਵੇਖਣ ਦਾ ਅਧਿਕਾਰ ਵੀ ਖੋਹ ਲਿਆ ਗਿਆ, ਬੋਲਣ ਦਾ ਅਧਿਕਾਰ ਵੀ ਖੋਹ ਲਿਆ ਗਿਆ, ਸੁਣਨ ਦਾ ਅਧਿਕਾਰ ਵੀ ਖੋਹ ਲਿਆ ਗਿਆ। ਜੀਭ ਕੱਟੀ ਗਈ ਇੱਥੇ ਸਾਡੀ, ਕੰਨਾਂ ਦੇ ਵਿੱਚ ਛਿੱਕੇ ਢਾਲ ਕੇ ਪਾਏ ਗਏ। ਇਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਸਾਨੂੰ ਅਧਿਕਾਰ ਲੈ ਕੇ ਦਿੰਦੇ ਨੇ ਜਿਹੜੇ ਸਾਡੇ ਤੋਂ ਖੋਹੇ ਗਏ ਸੀ। ਇਹਨਾਂ ਦਾ ਜ਼ਿਕਰ ਹੀ ਤਾਂ ਹੋਇਆ, ਇਹ ਸਾਡੇ ਅਧਿਕਾਰ ਬਿਲਕੁਲ ਖਤਮ ਕਰ ਦਿੱਤੇ ਗਏ ਸੀ। ਉਹ ਵੀ ਤਾਂ ਥੋੜ੍ਹੇ ਮੋਟੇ ਅਧਿਕਾਰ ਦੇ ਰਹੇ ਸੀ, ਉਹਨਾਂ ਨੂੰ ਜ਼ਰੂਰਤਾਂ ਸੀ ਸਾਡੀਆਂ, ਕਿਉਂਕਿ ਉਹਨਾਂ ਦੀ ਜੇ ਗੰਦਗੀ ਚੁੱਕਣੀ ਹੁੰਦੀ ਸੀ ਤਾਂ ਗੰਦਗੀ ਚੁੱਕਣ ਲਈ ਉਹਨਾਂ ਦੇ ਘਰ ਜਾਣਾ ਪੈਣਾ। ਅਸੀਂ ਉਹ ਲੋਕ ਜਿਨ੍ਹਾਂ ਨੇ ਪੀਪੇ ਸਿਰ ਦੇ ਉੱਤੇ ਧਰ ਕੇ ਉਹਨਾਂ ਦੇ ਲੈਟਰਿਨ ਬਾਥਰੂਮ ਢੋਏ। ਜਦੋਂ ਉਹਨਾਂ ਨੂੰ ਜ਼ਰੂਰਤ ਪਈ ਉਹਨਾਂ ਨੇ ਸਾਨੂੰ ਵਰਤਿਆ, ਪਰ ਸਾਨੂੰ ਸਾਡੇ ਅਧਿਕਾਰ ਨਹੀਂ ਦਿੱਤੇ। ਓਏ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਨਾਅਰੇ ਲਾਉਣ ਵਾਲਿਓ, ਬਾਬਾ ਸਾਹਿਬ ਤੇਰੀ ਸੋਚ 'ਤੇ ਪੈਰਾਂ ਦੇ ਆਗੇ ਠੋਕ ਕੇ ਕਹਿਣ ਵਾਲਿਓ, ਪਹਿਲਾਂ ਇਹ ਤਾਂ ਦੇਖੋ ਵੀ ਸੋਚ ਕੀ ਹੈ ਬਾਬਾ ਸਾਹਿਬ ਜੀ ਦੀ। ਸੋਚ ਪਤਾ ਹੋਏਗੀ, ਸੋਚ 'ਤੇ ਤਾਂ ਹੀ ਪੈਰਾਂ ਦਿਓਗੇ। ਬਾਬਾ ਸਾਹਿਬ ਜੀ ਦੀ ਸੋਚ ਭਾਰਤੀ ਸੰਵਿਧਾਨ ਹੈ। ਬਾਬਾ ਸਾਹਿਬ ਜੀ ਦੀ ਸੋਚ ਸਾਡੇ ਰਹਿਬਰਾਂ ਦਾ ਮਿਸ਼ਨ ਹੈ। ਬਾਬਾ ਸਾਹਿਬ ਜੀ ਦੀ ਸੋਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਨੇ। ਉਹਨਾਂ ਨੂੰ ਜਦੋਂ ਪੜ੍ਹ ਕੇ, ਸਮਝ ਕੇ, ਉਹਨਾਂ ਦੀਆਂ 22 ਪ੍ਰਤਿਗਿਆਵਾਂ ਦੇ ਉੱਤੇ ਤੁਸੀਂ ਪਹਿਰਾ ਦਿਓਗੇ, ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ, ਅਸੀਂ ਆਪ ਜੀ ਦੀਆਂ ਕਈਆਂ ਗੱਲਾਂ ਉੱਤੇ ਪਹਿਰਾ ਦੇ ਰਹੇ ਹਾਂ। ਦੱਸਣ ਦੀ ਜ਼ਰੂਰਤ ਨਹੀਂ ਪੈਣੀ, ਤੁਹਾਡੇ ਜੀਵਨ ਦੇ ਵਿੱਚੋਂ ਝਲਕਾਂ ਮਾਰਨਗੀਆਂ। ਇਹ ਅਸੀਂ ਮੂਲ ਅਧਿਕਾਰ ਜਿਹੜੇ ਸਾਡੇ ਤੋਂ ਖੋਹੇ ਗਏ। ਸੋ ਇਹਨਾਂ ਮੂਲ ਅਧਿਕਾਰਾਂ ਲਈ ਬਹੁਤ ਜੱਦੋ-ਜਹਿਦ ਹੋਈ। ਭਾਵੇਂ ਕਿ 3 ਕ੍ਰਾਂਤੀਆਂ ਭਾਰਤ ਦੇ ਵਿੱਚ ਉੱਠੀਆਂ ਬਹੁਤ ਵੱਡੇ ਪੱਧਰ 'ਤੇ। ਪਹਿਲੀ ਜਿਹੜੀ ਕ੍ਰਾਂਤੀ ਸੀ ਬੁੱਧ ਕ੍ਰਾਂਤੀ, ਉਹਨਾਂ ਨੇ ਵੀ ਸਾਡੇ ਮੂਲ ਅਧਿਕਾਰਾਂ ਦੀ ਲੜਾਈ ਲੜੀ। ਉਹਨਾਂ ਨੇ ਵੀ ਮੂਲ ਅਧਿਕਾਰ ਸਾਨੂੰ ਲੈ ਕੇ ਦਿੱਤੇ। ਦੂਜੀ ਕ੍ਰਾਂਤੀ ਉੱਠੀ
ਸਿੱਖ ਕ੍ਰਾਂਤੀ, ਜਿਹਦੇ ਵਿੱਚ ਸਤਿਗੁਰੂ ਜੈਦੇਵ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਬਾਬਾ ਫਰੀਦ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਇਹਨਾਂ ਨੇ ਸਾਡੇ ਮੌਲਿਕ ਅਧਿਕਾਰਾਂ ਦੀ, ਮੂਲ ਅਧਿਕਾਰਾਂ ਦੀ ਜੰਗ ਲੜੀ ਵੀ ਇਹ ਅਧਿਕਾਰ ਇਹਨਾਂ ਨੂੰ ਮਿਲਣੇ ਚਾਹੀਦੇ ਨੇ। ਫਿਰ ਤੀਜੀ ਜਿਹੜੀ ਕ੍ਰਾਂਤੀ ਉੱਠੀ ਹੈ, ਦੂਜੀ ਕ੍ਰਾਂਤੀ ਤੋਂ ਬਾਅਦ ਭਾਵੇਂ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਕੁਰਬਾਨੀਆਂ ਦੇਣੀਆਂ ਪਈਆਂ, ਖੋਪੜ ਲਹਾਏ, ਬੰਦ ਕਟਾਏ, ਭੱਠੀਆਂ ਵਿੱਚ ਚੌਂਕ ਦਿੱਤੇ ਗਏ, ਬਹੁਤ ਵੱਡਾ ਇਤਿਹਾਸ ਹੈ। ਤੀਸਰੀ ਜਿਹੜੀ ਕ੍ਰਾਂਤੀ ਆ ਉਹ ਅੰਬੇਡਕਰ ਕ੍ਰਾਂਤੀ ਹੈ, ਜਿਹਦੇ ਵਿੱਚ ਜੋਤੀ ਰਾਓ ਫੂਲੇ ਸਾਹਿਬ ਜੀ ਆਉਂਦੇ ਨੇ। ਇਹ ਮੂਲ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਵੀ ਉਹਨਾਂ ਨੇ ਮੂਲ ਅਧਿਕਾਰਾਂ ਲਈ ਕਿੱਡੀਆਂ ਵੱਡੀਆਂ ਕ੍ਰਾਂਤੀਆਂ ਚਲਾਈਆਂ। ਉਹਨਾਂ ਦੀ ਪਤਨੀ ਮਾਤਾ ਸਵਿਤਰੀ ਬਾਈ ਫੂਲੇ ਜੀ, ਜਿਹੜੀ ਵਿੱਦਿਆ ਦੀ ਦੇਵੀ ਨੇ, ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਨੇ। ਉਸ ਤੋਂ ਬਾਅਦ ਸ਼ਾਹੂ ਛਤਰਪਤੀ ਮਹਾਰਾਜ, ਡਾਕਟਰ ਅੰਬੇਦਕਰ ਸਾਹਿਬ ਖੁਦ ਆ ਜਾਂਦੇ ਨੇ, ਬਿਰਸਾ ਮੁੰਡਾ ਜੀ, ਨਰੈਣਾ ਗੁਰੂ ਜੀ, ਸੰਤ ਗਾਡਗੇ ਜੀ। ਇਹਨਾਂ ਨੇ ਬਹੁਤ ਸਾਰੇ ਮਹਾਂਪੁਰਖ ਨੇ, ਬਹੁਜਨ ਮਹਾਂਪੁਰਖ, ਜਿਨ੍ਹਾਂ ਦੇ ਅਜੇ ਮੈਂ ਨਾਮ ਨਹੀਂ ਲੈ ਸਕਿਆ। ਇਹਨਾਂ ਮਹਾਂਪੁਰਖਾਂ ਨੇ ਤੀਸਰੀ ਕ੍ਰਾਂਤੀ ਲੜੀ, ਖੜੀ ਕੀਤੀ ਤੇ ਉਹਦੇ ਵਿੱਚ ਮੂਲ ਅਧਿਕਾਰਾਂ ਦੀ ਗੱਲ ਕੀਤੀ ਕਿ ਇਹ ਜਿਹੜੇ ਸ਼ੁਰੂਆਤੀ ਅਧਿਕਾਰ ਨੇ, ਮੂਲ ਅਧਿਕਾਰ ਨੇ, ਉਹ ਲੋਕ ਇਹਨਾਂ ਦੇ ਹੱਕਦਾਰ ਨੇ, ਤੁਸੀਂ ਕਿਉਂ ਖੋਹੇ ਨੇ, ਇਹ ਅਧਿਕਾਰ ਇਹਨਾਂ ਨੂੰ ਮਿਲਣੇ ਚਾਹੀਦੇ ਨੇ। ਸੋ ਇਹ ਕ੍ਰਾਂਤੀਆਂ ਜਦੋਂ ਚੱਲਦੀਆਂ ਆਉਂਦੀਆਂ ਨੇ ਨਾ, ਫਿਰ ਸਾਡੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਇਹ ਜਨਮ ਲੈਂਦੇ ਨੇ 14 ਅਪ੍ਰੈਲ 1891 ਨੂੰ। ਉਸ ਤੋਂ ਬਾਅਦ ਵਿਦੇਸ਼ਾਂ ਵਿੱਚ ਪੜ੍ਹਾਈ ਕਰਦੇ ਨੇ, ਮਿਹਨਤ ਕਰਦੇ ਨੇ, 22 ਘੰਟੇ ਲਗਾਤਾਰ ਜਾਗ ਕੇ ਦੁਨੀਆ ਦੇ ਸੰਵਿਧਾਨ ਪੜ੍ਹਦੇ ਨੇ। ਫਿਰ ਉਹਨਾਂ ਸੰਵਿਧਾਨਾਂ ਨੂੰ ਪੜ੍ਹ ਕੇ ਫਿਰ ਭਾਰਤ ਦੇ ਸੰਵਿਧਾਨ ਨੂੰ ਲਿਖਦੇ ਨੇ। ਜਦੋਂ ਭਾਰਤੀ ਸੰਵਿਧਾਨ ਨੂੰ ਲਿਖਦੇ ਨੇ ਤਾਂ ਉਹਦੇ ਵਿੱਚ ਮੂਲ ਅਧਿਕਾਰਾਂ ਦਾ ਜ਼ਿਕਰ ਕਰਦੇ ਨੇ। ਮੂਲ ਅਧਿਕਾਰਾਂ ਦੇ ਵਿੱਚ ਜ਼ਿਕਰ ਕਰਕੇ ਕਹਿੰਦੇ ਨੇ ਵੀ ਇਹ ਜਿਹੜੇ ਅਧਿਕਾਰ ਨੇ, ਬਰਾਬਰਤਾ ਦਾ ਅਧਿਕਾਰ, 14 ਤੋਂ ਤੁਸੀਂ 35 ਤੱਕ ਪੜ੍ਹੋਗੇ, 12 ਤੇ 13 ਦਾ ਵੀ ਜ਼ਿਕਰ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ 12 ਅਤੇ 13 ਆਰਟੀਕਲ ਨੂੰ ਵੀ ਤੁਸੀਂ ਨਾਲ ਲੈ ਕੇ ਪੜ੍ਹੋ, ਫਿਰ ਤੁਹਾਨੂੰ ਹੋਰ ਕਲੀਅਰ ਹੁੰਦਾ ਜਾਏਗਾ। ਬਰਾਬਰਤਾ ਦਾ ਅਧਿਕਾਰ ਪਹਿਲਾ, ਉਹ ਤਾਂ ਬਹੁਤ ਵੱਡਾ ਅਧਿਕਾਰ ਹੈ, ਉਹਦੀ ਆਪਾਂ ਗੱਲਬਾਤ ਕਰਾਂਗੇ। ਆਜ਼ਾਦੀ ਦਾ ਅਧਿਕਾਰ ਦੂਜਾ, ਤੀਜਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਚੌਥਾ ਧਰਮ ਦੀ ਸਾਨੂੰ ਆਜ਼ਾਦੀ ਦਾ ਅਧਿਕਾਰ, ਪੰਜਵਾਂ ਪੜ੍ਹਾਈ ਅਤੇ ਸੱਭਿਆਚਾਰ ਦਾ ਅਧਿਕਾਰ, ਛੇਵਾਂ ਅਧਿਕਾਰ ਇਹਨਾਂ ਮੌਲਿਕ ਅਧਿਕਾਰਾਂ ਨੂੰ ਮੰਨਣ ਦਾ ਸੰਵਿਧਾਨਕ ਅਧਿਕਾਰ, ਵੀ ਇਹਦਾ ਅਸੀਂ ਆਨੰਦ ਮਾਣ ਸਕਦੇ ਹਾਂ। ਇਹਨਾਂ ਅਧਿਕਾਰਾਂ ਨੂੰ ਅਸੀਂ ਜੀਵਨ ਦੇ ਵਿੱਚ ਲਿਆ ਕੇ ਆਪਣਾ ਜੀਵਨ ਬਤੀਤ ਕਰ ਸਕਦੇ ਹਾਂ। ਇਹਨਾਂ ਅਧਿਕਾਰਾਂ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਆਪਾਤਕਾਲ ਜਦੋਂ ਹੁੰਦਾ, ਐਮਰਜੈਂਸੀ ਲੱਗਦੀ ਆ ਜਾਂ ਮਾਰਸ਼ਲ ਲਾਅ ਲੱਗਦਾ, ਉਹ ਵਿਸ਼ਾ ਇੱਕ ਅਲੱਗ ਹੈ, ਉਸ ਵਿਸ਼ੇ 'ਤੇ ਫੇਰ ਗੱਲਬਾਤ ਕਰਾਂਗੇ। ਪਰ ਜਿਹੜੇ ਇਹ ਮੌਲਿਕ ਅਧਿਕਾਰ ਨੇ, ਇਹਨਾਂ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਜਦੋਂ ਮਾਰਸ਼ਲ ਲਾਅ, ਆਪਾਤਕਾਲ ਲੱਗਦਾ, ਐਮਰਜੈਂਸੀ ਲੱਗਦੀਆਂ, ਉਦੋਂ ਕੁਝ ਕੁ ਅਧਿਕਾਰ ਖਤਮ ਹੁੰਦੇ ਨੇ, ਉਹਦਾ ਮੈਂ ਜ਼ਿਕਰ ਨਹੀਂ ਕਰਾਂਗਾ। ਪਰ ਫਿਰ ਵੀ ਇਹਨਾਂ ਅਧਿਕਾਰਾਂ ਨੂੰ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਨਹੀਂ ਖਤਮ ਕਰ ਸਕਦੀ। ਜੇ ਕੋਈ ਇਹਨਾਂ ਅਧਿਕਾਰਾਂ ਨੂੰ ਖਤਮ ਕਰਨ ਦਾ ਯਤਨ ਕਰਦਾ ਤਾਂ ਭਾਰਤੀ ਸੰਵਿਧਾਨ ਨੇ ਆਰਟੀਕਲ 32 ਦੇ ਤਹਿਤ, ਆਰਟੀਕਲ 226 ਦੇ ਤਹਿਤ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਤੁਹਾਡੇ ਲਈ ਦਰਵਾਜ਼ੇ ਖੋਲ੍ਹ ਦਿੱਤੇ। ਤੁਸੀਂ ਇਹ ਅਧਿਕਾਰ ਆਪਣੇ ਕੋਲ ਰੱਖ ਸਕਦੇ ਹੋ, ਇਹਨਾਂ ਦਾ ਆਨੰਦ ਮਾਣ ਸਕਦੇ ਹੋ। ਇਹ ਕੋਈ ਵੀ ਖਤਮ ਨਹੀਂ ਕਰ ਸਕਦਾ। ਜੇ ਕੋਈ ਖਤਮ ਕਰਨ ਦਾ ਯਤਨ ਕਰੇਗਾ, ਭਾਰਤੀ ਸੰਵਿਧਾਨ ਦੀਆਂ ਮਾਣਯੋਗ ਅਦਾਲਤ ਸਾਹਿਬਾਨਾਂ ਭਾਰਤ ਦੀਆਂ ਉਹਨਾਂ ਨੂੰ ਸਜ਼ਾਵਾਂ ਦੇਣਗੀਆਂ। ਸੋ ਮੂਲ ਅਧਿਕਾਰ 12 ਅਤੇ 13 ਤੋਂ ਜਦੋਂ ਅਸੀਂ ਸ਼ੁਰੂ ਕਰਾਂਗੇ, ਅਸੀਂ 35 ਤੱਕ ਪੜ੍ਹਾਂਗੇ। ਅਗਲੀ ਵੀਡੀਓ ਦੇ ਵਿੱਚ ਆਰਟੀਕਲ 12 ਅਤੇ 13 ਬਾਰੇ ਗੱਲਬਾਤ ਕਰਾਂਗੇ। ਸੋ ਜਿਹੜਾ ਅੱਜ ਦਾ ਵਿਸ਼ਾ ਸੀ, ਜਿਹੜੀ ਅੱਜ ਦੀ ਮੈਂ ਗੱਲਬਾਤ ਕੀਤੀ ਹੈ, ਉਹ ਇਹੀ ਕੀਤੀ ਹੈ ਕਿ ਸਾਨੂੰ ਮੂਲ ਦਾ ਭਾਵ ਪਤਾ, ਮੌਲਿਕ ਅਧਿਕਾਰ ਦਾ ਭਾਵ ਪਤਾ ਕੀ ਹੈ। ਮੈਂ ਫੇਰ ਦੁਹਰਾ ਦਿਆਂ, ਮੂਲ ਭਾਵ ਮੁੱਢ, ਜਿਹਨੂੰ ਮੌਲਿਕ ਕਹਿ ਦਿੰਦੇ ਆ, ਉਹਨੂੰ ਮੂਲ ਵੀ ਕਹਿ ਦਿੰਦੇ ਆ, ਮੁੱਢ ਵੀ ਕਹਿ ਦਿੰਦੇ ਆ, ਉਹਨੂੰ ਸ਼ੁਰੂਆਤ ਵੀ ਕਹਿ ਦਿੰਦੇ ਆ। ਜਦੋਂ ਕੋਈ ਮਨੁੱਖ ਇਸ ਧਰਤੀ ਦੇ ਉੱਤੇ ਜਨਮ ਲੈਂਦਾ ਹੈ ਤਾਂ ਉਹ ਮੂਲ ਅਧਿਕਾਰਾਂ ਦਾ, ਜੀਵਨ ਦੇ ਨਾਲ ਸੰਬੰਧਿਤ ਜਿਹੜੇ ਅਧਿਕਾਰ ਨੇ, ਉਹਨਾਂ ਦਾ ਹੱਕਦਾਰ ਹੈ।
ਤੇ ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਉਹ ਇੱਥੇ ਭਾਰਤ ਦੀ ਧਰਤੀ ਤੇ ਉੱਚ ਜਾਤੀਆਂ ਵੱਲੋਂ ਖਤਮ ਕੀਤੇ ਗਏ, ਆਪਾਂ ਪਾਪੀ ਲੋਕ ਕਹਿ ਦਿੰਦੇ ਹਾਂ, ਦੁਸ਼ਟ ਲੋਕ ਕਹਿ ਦਿੰਦੇ ਹਾਂ ਉਹਨਾਂ ਨੂੰ, ਉਹਨਾਂ ਵੱਲੋਂ ਇਹ ਅਧਿਕਾਰ ਖਤਮ ਕੀਤੇ ਗਏ। ਥੁੱਕਣ ਦਾ ਅਧਿਕਾਰ, ਬੋਲਣ ਦਾ ਅਧਿਕਾਰ, ਪੜ੍ਹਨ ਦਾ ਅਧਿਕਾਰ, ਦੇਖਣ ਦਾ ਅਧਿਕਾਰ ਉਹਨਾਂ ਨੇ ਖਤਮ ਕਰ ਦਿੱਤੇ ਸੀ। ਆਪਣੀ ਲੋੜ ਅਨੁਸਾਰ ਉਹ ਵਰਤਦੇ ਸੀ। ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਕਹਿੰਦੇ ਨਹੀਂ ਉਹ ਭਲਿਓ, ਇਹ ਅਧਿਕਾਰ ਸਾਰਿਆਂ ਨੂੰ ਮਿਲਣੇ ਚਾਹੀਦੇ ਨੇ। ਜਿਹੜੇ ਕਹਿੰਦੇ ਡਾਕਟਰ ਅੰਬੇਦਕਰ ਇਕੱਲਾ ਦਲਿਤਾਂ ਬਾਰੇ ਸੋਚ ਕੇ ਗਿਆ ਨਾ, ਆਪਾਂ ਆਰਟੀਕਲ 12 ਤੋਂ ਪੜ੍ਹਾਂਗੇ 35 ਤੱਕ, ਫਿਰ ਤੁਹਾਨੂੰ ਪਤਾ ਲੱਗੇਗਾ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਅਧਿਕਾਰ ਡਾਕਟਰ ਅੰਬੇਦਕਰ ਨੇ ਲਿਖੇ ਨੇ, ਬਾਬਾ ਸਾਹਿਬ ਜੀ ਨੇ ਲਿਖੇ ਨੇ, ਉਹ ਇਕੱਲੇ ਦਲਿਤਾਂ ਲਈ ਨਹੀਂ, ਪੂਰੇ ਭਾਰਤ ਲਈ ਲਿਖੇ ਨੇ, ਭਾਰਤ ਦੇ ਨਾਗਰਿਕਾਂ ਲਈ ਲਿਖੇ ਨੇ। ਉਹਦੇ ਵਿੱਚ ਹਿੰਦੂ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ, ਜੈਨੀ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ, ਬੋਧੀ ਵੀ ਆਉਂਦੇ ਨੇ, ਪਾਰਸੀ ਵੀ ਆਉਂਦੇ ਨੇ, ਜਿੰਨੇ ਵੀ ਭਾਰਤ ਵਿੱਚ ਧਰਮ ਨੇ ਸਾਰੇ ਆ ਜਾਂਦੇ ਨੇ ਉਹ ਲੋਕ। ਕਾਲਾ ਵੀ ਆਉਂਦਾ, ਗੋਰਾ ਵੀ ਆਉਂਦਾ, ਛੋਟਾ ਵੀ ਆਉਂਦਾ, ਵੱਡਾ ਵੀ ਆਉਂਦਾ, ਅਮੀਰ ਵੀ ਆਉਂਦਾ, ਗਰੀਬ ਵੀ ਆਉਂਦਾ, ਉੱਚੀ ਜਾਤ ਦਾ ਵੀ ਆਉਂਦਾ, ਛੋਟੀ ਜਾਤ ਦਾ ਵੀ ਆਉਂਦਾ। ਹਰ ਇੱਕ ਨਸਲ, ਧਰਮ, ਜਾਤ, ਗੋਤ ਸਾਰੇ ਆ ਜਾਂਦੇ ਨੇ ਇਹਨਾਂ ਮੌਲਿਕ ਅਧਿਕਾਰਾਂ ਦੇ ਹੱਕਦਾਰ। ਸਾਰਿਆਂ ਨੂੰ ਬਣਾਇਆ ਗਿਆ, ਇਕੱਲੇ ਦਲਿਤਾਂ ਨੂੰ ਨਹੀਂ, ਸਾਰਿਆਂ ਨੂੰ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਭਾਰਤ ਦੇ ਮਸੀਹਾ ਨੇ, ਇਕੱਲੇ ਦਲਿਤਾਂ ਦੇ ਨਹੀਂ। ਇਸ ਵਿਸ਼ੇ 'ਤੇ ਵੀ ਗੱਲਬਾਤ ਕਰਾਂਗੇ। ਸੋ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਮੂਲ ਅਧਿਕਾਰ ਕਿਹੜੇ ਨੇ ਸਾਡੇ। ਜੇ ਮੂਲ ਅਧਿਕਾਰਾਂ ਦਾ ਨਹੀਂ ਪਤਾ ਤਾਂ ਸਮਝੋ ਅਸੀਂ ਗੁਲਾਮ ਹਾਂ। ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਮੂਲ ਅਧਿਕਾਰਾਂ ਬਾਰੇ ਗੱਲਬਾਤ ਕਰਾਂਗੇ ਵੀ ਮੂਲ ਅਧਿਕਾਰ ਕਿਹੜੇ ਨੇ। ਤਦ ਤੱਕ ਲਈ ਜੇ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ ਜੀ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।